नमस्कार, ओम शांति, सत श्री अकाल। सतगुरु करता पुरख 'ਚ ਤੁਹਾਡਾ ਸਵਾਗਤ ਹੈ। ਅੱਜ ਫਿਰ ਅਸੀਂ ਆਪਣੇ ਭਰਾਤਾਂ ਨਾਲ ਬੈਠੇ ਹਾਂ ਗੱਲ ਕਰਨੇ ਵਾਸਤੇ। ਤੁਹਾਡੇ ਪ੍ਰਸ਼ਨ ਤੇ ਸਾਡੇ ਉੱਤਰ। ਆइए ਸਵਾਗਤ ਕਰਦੇ ਹਾਂ ਸਾਡੇ ਭਰਾਤਾ ਨਿਰਵੈਰ ਭਾਈ ਸਾਹਿਬ ਦਾ। ਸਤਿਗੁਰੂ ਕਰਤਾ ਪੁਰਖ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭਾਈ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਓਮ ਸ਼ਾਂਤੀ। ਹਾਂਜੀ ਭਾਈ ਸਾਹਿਬ, ਪਹਿਲਾ ਪ੍ਰਸ਼ਨ ਇਹ ਆਇਆ ਸਾਨੂੰ ਕਿ 16 ਕਲਾ ਤੇ ਸਾਡਾ ਕੀ ਤਾਤਪਰਯ ਹੈ, ਕੀ ਮਤਲਬ ਹੈ? ਕਿਆ ਕਿੰਨੀ ਵਿਸ਼ੇਸ਼ ਨਾਮਾਂ 'ਚ ਇਹ 16 ਕਲਾ ਆਂਦੀ ਜਾਂ ਇਹ ਸੰਪੂਰਨਤਾ ਦੀ ਨਿਸ਼ਾਨੀ ਹੈ? ਸੰਪੂਰਨਤਾ ਦੀ ਜ਼ਿਆਦਾ ਨਿਸ਼ਾਨੀਆਂ ਹੀ ਉਹਨਾਂ 'ਚੋਂ ਇੱਕ ਨਿਸ਼ਾਨੀ ਹੈ। ਅੱਛਾ। ਵੀ ਜਿਤਨੀ ਕਲਾ ਹੈਗੀਆਂ 16 ਕਲਾ ਕਿਹਾ ਜਾਂਦਾ ਨਾ, ਤਾਂ 16 ਕਲਾ ਸੰਪੂਰਨ ਜੀ। ਹਰ ਇੱਕ ਕਲਾ 'ਚ ਸੰਪੂਰਨ ਹੈਗੇ, ਕਿਉਂਕਿ ਸਰਵ ਗੁਣ ਵੀ ਸੰਪੰਨ ਚਾਹੀਦੇ, ਸੰਪੂਰਨ ਨਿਰਵਿਕਾਰੀ ਵੀ ਚਾਹੀਦੇ, ਤੇ ਉਹਦੇ ਹਿਸਾਬ ਨਾਲ ਕਲਾ ਦੇ ਰੂਪ 'ਚ ਸਰਵ ਕਲਾ ਸੰਪੂਰਨ, 16 ਕਲਾ ਸੰਪੂਰਨ। ਹਾਂਜੀ ਭਾਜੀ, ਅਗਲਾ ਪ੍ਰਸ਼ਨ ਹੈ ਕਿ ਸਤਯੁਗ ਤ੍ਰੇਤਾ ਪਰਮਾਤਮਾ ਦਾ ਵਰਸ਼ਾ ਹੈ ਜਾਂ ਸਵ ਪੁਰਸ਼ਾਰਥ ਦਾ ਫਲ ਹੈ? ਪਰਮਾਤਮਾ ਪਿਤਾ ਨੇ ਜੋ ਗਿਆਨ ਦਿੱਤਾ ਹੀ ਔਰ ਉਸ ਦੇ ਨਾਲ ਸਹਿਜ ਰਾਜ ਯੋਗ ਸਿਖਾਇਆ ਜੀ, ਤੇ ਉਹ ਪੁਰਸ਼ਾਰਥ ਉਹਦੇ ਬੇਸਿਸ ਤੇ ਜਦੋਂ ਕਰਦੇ ਆ ਤਾਂ ਫਿਰ ਅਸੀਂ ਆਪਣੇ ਆਪ ਨੂੰ ਲਾਇਕ ਬਣਾਉਂਦੇ ਆ, ਯੋਗ ਬਣਾਉਂਦੇ ਆ, ਤਾਂ ਉਹ ਵਰਸਾ ਪ੍ਰਾਪਤ ਹੁੰਦਾ ਹੈ। ਅੱਛਾ, ਮਤਲਬ ਇਸ ਵੇਲੇ ਜੇ ਅਸੀਂ ਸੰਗਮ ਯੁੱਗ 'ਚ ਜਿਹੜਾ ਪੁਰਸ਼ਾਰਥ ਕਰਿਆ ਕਰਦੇ, ਹਾਂਜੀ, ਉਹੀ ਸਾਡਾ ਫਲ ਗਿਣਿਆ ਜਾਣਾ, ਮਤਲਬ ਜਿਹੜਾ ਪਰਮਾਤਮਾ ਉਹਦੇ ਫਲ ਸਰੂਪ ਸਾਨੂੰ ਉਹ ਫਲ ਮਿਲੇ। ਭਵਿਸ਼ 'ਚ ਫਲ ਮਿਲੇ। ਜੀ। ਤੇ ਅਗਲਾ ਪ੍ਰਸ਼ਨ ਹੈ, ਆਤਮਾ ਪਰ ਮਾਇਆ ਵਾਰ ਕਿਉਂ ਕਰਦੀ? ਇਹ ਪ੍ਰਸ਼ਨ ਆਇਆ ਸਾਡੇ ਆਗਰਾ ਤੇ ਇੱਕ ਭਾਈ ਹੈ, ਉਹਨਾਂ ਨੇ ਪੁੱਛਿਆ ਸਾਨੂੰ ਕਿ ਬਾਰ-ਬਾਰ ਮੁੱਲੇ 'ਚ ਬਾਬਾ ਆਤਮਾ ਔਰ ਮਾਇਆ ਦੇ ਬਾਰੇ 'ਚ ਬੋਲਿਆ ਕਰਦੇ ਕਿ ਆਤਮਾ ਪਰ ਮਾਇਆ ਕਿਉਂ ਵਾਰ ਕਰਦੀ? ਕਿ ਸਾਡੇ ਅੰਦਰ ਕੋਈ ਕਮੀ? ਕਿਉਂਕਿ ਆਤਮਾ ਆਪਣੇ ਸੱਚ ਸਰੂਪ 'ਚ ਸਦਾ ਕਾਇਮ ਨਹੀਂ ਰਹਿੰਦੀ, ਉਹਦੀ ਸਿਮਰਤੀ ਨਹੀਂ ਰਹਿੰਦੀ, ਆਪਣੇ ਸਰੂਪ ਦੀ ਵਿਸਿਮਰਤੀ ਹੋ ਜਾਂਦੀ ਹੈ। ਜਿਸ ਤਰ੍ਹਾਂ ਕੋਈ ਬੜੀ ਨੀਂਦ 'ਚ ਚਲਾ ਜਾਏ ਤੇ ਨੀਂਦ 'ਚ ਫਿਰ ਕੋਈ ਨਾ ਕੋਈ ਹੋਰ ਸੁਪਨ ਵਗੈਰਾ ਵੀ ਆਉਂਦੇ ਆ, ਤੇ ਇਸੇ ਤਰ੍ਹਾਂ ਹੀ ਹੈ ਕਿ ਜਦੋਂ ਤੁਸੀਂ ਅਗਿਆਨ ਵਸ਼ ਬਿਲਕੁਲ ਕੀ ਕਹੀਏ ਉਹਨੂੰ, ਭੁੱਲ ਜਾਣਗੇ ਹੋ ਕਿ ਤੁਸੀਂ ਆਤਮਾ ਹੈਗੇ ਹੋ, ਪਰਮਾਤਮਾ ਪਿਤਾ ਦੀ ਸੰਤਾਨ ਹੈਗੇ ਹੋ, ਪਰਮਾਤਮਾ ਸਰਵ ਸ਼ਕਤੀਵਾਨ ਹੈ ਤੇ ਉਹਨਾਂ ਦੇ ਬੱਚੇ ਵੀ ਮਾਸਟਰ ਸਰਵ ਸ਼ਕਤੀਵਾਨ ਹੈ। ਇਸ ਸਿਮਰਤੀ 'ਚ ਰਹਿਣਗੇ ਉਹ ਤਾਂ ਤੇ ਤੁਹਾਨੂੰ ਮਾਇਆ ਕੁਛ ਨਹੀਂ ਕਰੇਗੀ, ਨਮਸਕਾਰ ਕਰਕੇ ਚਲੀ ਜਾਏਗੀ। ਲੇਕਿਨ ਤੁਸੀਂ ਇਹ ਭੁੱਲ ਜਾਣਗੇ ਹੋ ਤੇ ਫਿਰ ਦੇਹ ਅਭਿਮਾਨ ਆ ਜਾਏਗਾ, ਦੇਹ ਅਭਿਮਾਨ ਆਏਗਾ ਤੇ ਫਿਰ ਮਾਇਆ ਵੀ ਆਏਗੀ। ਹਾਂਜੀ जी। विश्व की रिलियो जी पॉलिटिकल हिस्ट्रीग्राफी क्या है? विश्व ਦੀ ਰਿਲੀਜੀਓ ਪੋਲੀਟੀਕਲ हिस्ट्री जोग्राफी क्या हिस्ट्री और जोग्राफी क्या है? ये अगर ਤੁਸੀਂ ਸਤਯੁਗ ਤੋਂ ਲੈ ਕਰਕੇ ਕਲਯੁਗ ਦੇ ਅੰਤ ਤਾਈਂ 5000 ਸਾਲ ਦਾ ਜਿਹੜਾ ਸਾਈਕਲ ਹੈ, ਉਸ ਨੂੰ ਤੁਸੀਂ ਥੋੜ੍ਹਾ ਸਾਖੀ ਹੋ ਕਰਕੇ ਦੇਖੋ ਤੇ ਉਹਦੇ ਵਿੱਚ ਭਿੰਨ ਧਰਮ ਭਿੰਨ ਸਮੇਂ 'ਤੇ ਆਏ ਨੇ। ਸਭ ਤੋਂ ਪਹਿਲਾ ਧਰਮ ਆਇਆ ਹੀ ਰਿਲੀਜੀਓ ਸ਼ਬਦ ਹੈ ਨਾ। ਹਾਂਜੀ। ਤਾਂ ਪਹਿਲਾ ਧਰਮ ਆਇਆ ਆਦਿ ਸਨਾਤਨ ਦੇਵੀ ਦੇਵਤਾ ਧਰਮ ਜੀ। ਉਹ ਸਤਯੁਗ ਆਦਿ ਤੋਂ ਸ਼ੁਰੂ ਹੁੰਦਾ ਹੀ। ਅੱਛਾ। और फिर वो 2500 साल ताईं चलदा।
ਫਿਰ ਦੁਆਪਰ ਯੁੱਗ ਜਦੋਂ ਸ਼ੁਰੂ ਹੁੰਦਾ ਹੀ ਤੇ ਫਿਰ ਦੂਸਰੇ ਧਰਮ ਰਿਲੀਜੀਓ ਪੋਲੀਟੀਕਲ ਬਾਅਦ 'ਚ ਹੁੰਦਾ ਹੀ ਪੋਲੀਟੀਕਲ, ਲੇਕਿਨ ਪਹਿਲੇ ਰਿਲੀਜੀਓ ਜੀ ਤੇ ਉਹਦੇ ਵਿੱਚ ਫਿਰ ਬਾਅਦ 'ਚ ਦੂਸਰੇ ਧਰਮ ਆਉਣੇ ਸ਼ੁਰੂ ਹੁੰਦੇ ਆ, ਇਸਲਾਮ, ਬੁੱਧਿਜ਼ਮ, ਕ੍ਰਿਸਚੀਅਨਿਟੀ, ਔਰ ਫਿਰ ਇਸ ਤੋਂ ਬਾਅਦ ਸਿੱਖਿਜ਼ਮ, ਉਹ ਸਭ ਆਉਂਦੇ ਨੇ। ਤੇ ਧਰਮਾਂ ਦੀ ਤੇ ਇਹ ਗੱਲ ਹੈਗੀ ਹੈ, ਉਹਦਾ ਟਾਈਮ ਹੈਗਾ ਹੀ ਆਪਣਾ ਆਪਣਾ। 2500 ਸਾਲ ਤੋਂ ਬਾਅਦ ਇਸਲਾਮ ਆਇਆ, ਔਰ ਇਸਲਾਮ ਦੇ 250 ਸਾਲ ਤੋਂ ਬਾਅਦ ਬੁੱਧਿਜ਼ਮ ਆਇਆ, ਉਹਦੇ 250 ਸਾਲ ਤੋਂ ਬਾਅਦ ਕ੍ਰਿਸਚੀਅਨਿਟੀ ਆਈ। ਇਸ ਤਰ੍ਹਾਂ ਆਉਂਦੇ ਜਾਂਦੇ ਨੇ। ਔਰ ਅੱਜ ਤੋਂ ਲਗਭਗ 550 ਸਾਲ ਪਹਿਲੇ ਸਿੱਖ ਧਰਮ ਆਇਆ। ਅੱਛਾ। ਗੁਰੂ ਨਾਨਕ ਦੇਵ ਜੀ ਨੇ ਸਥਾਪਿਤ ਕੀਤਾ ਆ ਕੇ। ਤੇ ਇਹ ਤੇ ਹੋਇਆ ਰਿਲੀਜਨ ਦੇ ਹਿਸਾਬ ਨਾਲ। ਫਿਰ ਹੈ ਕਿ ਹਰ ਇੱਕ ਸਮੇਂ ਤੇ ਪੋਲੀਟੀਕਲ ਪਾਵਰ ਹੁੰਦੀ ਹੈ। ਪੋਲੀਟੀਕਲ ਪਾਵਰ ਜਿਹੜੇ ਰਾਜ ਕਰਦਾ ਹੀ। ਤੇ ਸਤਯੁਗ ਤ੍ਰੇਤਾ 'ਚ ਇੱਕ ਧਰਮ ਹੈ। ਅੱਛਾ। ਤੇ ਰਾਜ ਵੀ ਇੱਕ ਹੈਗਾ ਹੀ ਉੱਥੇ। ਗੱਦੀਆਂ ਚੱਲਦੀਆਂ ਹੀ। ਸ੍ਰੀ ਲਕਸ਼ਮੀ ਨਾਰਾਇਣ ਦੀ 1st, 2nd, 3rd, 4th, ਇਸ ਤਰ੍ਹਾਂ 8 ਗੱਦੀਆਂ ਸ੍ਰੀ ਲਕਸ਼ਮੀ ਨਾਰਾਇਣ ਦੇ ਰਾਜ ਦੀਆਂ। ਫਿਰ ਤ੍ਰੇਤਾ ਯੁੱਗ 'ਚ ਸ੍ਰੀ ਰਾਮ ਔਰ ਸੀਤਾ ਦਾ ਰਾਜ। ਅੱਛਾ। ਤੇ ਉਹ ਫਿਰ 12 ਜਨਮ ਚੱਲਦੇ ਨੇ, 12 ਗੱਦੀ ਚੱਲਦੀ ਹੈ, 12, 13। ਫਿਰ ਦੁਆਪਰ ਤੋਂ ਲੈ ਕਰਕੇ ਚੇਂਜ ਆ ਜਾਂਦੀ ਹੈ। ਫਿਰ ਵੀ ਰਾਜਾ ਵਿਕਰਮਾਦਿੱਤ ਹੁੰਦਾ ਹੀ, ਉਹਨਾਂ ਦਾ ਫਿਰ ਸੰਮਤ ਸ਼ੁਰੂ ਹੋ ਜਾਂਦਾ ਹੀ। ਔਰ ਉਸ ਤੋਂ ਬਾਅਦ ਹੋਰ ਜਿੰਨੇ ਵੀ, ਜਿਹਨੂੰ ਕਹਿੰਦੇ ਹਿੰਦੂ ਰਾਜਾ ਹੈ, ਆਦਿ ਸਨਾਤਨ ਦੇਵੀ ਦੇਵਤਾ ਧਰਮ। ਲੇਕਿਨ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੇ ਜਿਹੜੇ ਅਸੂਲ ਹੈਗੇ ਆ, ਔਰ ਜੋ ਉਹਦੇ ਹਿਸਾਬ ਨਾਲ ਜਿਹੜੀ ਆਤਮਾ ਦੀ ਆਪਣੀ ਅਵਸਥਾ ਹੈਗੀ ਹੈ, ਉਹ ਸਤੋ ਪ੍ਰਧਾਨ ਤੋਂ ਸਤੋ ਤੋਂ ਰਜੋ ਤਾਈਂ ਆ ਜਾਂਦੀ ਹੈ। ਤੇ ਰਜੋ ਪ੍ਰਧਾਨ ਹੋਣ ਕਰਕੇ ਰਾਜਾ ਵਿਕਰਮਾਦਿੱਤ ਆਪਣੇ ਆਪ ਨੂੰ ਕਹਾਉਂਦੇ ਨੇ। ਅੱਛਾ। ਔਰ ਫਿਰ ਦੁਆਪਰ ਯੁੱਗ, ਉਹਦੇ ਵਿੱਚ ਭਾਰਤ 'ਚ ਅਲੱਗ-ਅਲੱਗ ਸਟੇਟਸ ਬਣ ਜਾਂਦੀਆਂ। ਔਰ ਉਹਦੇ ਵਿੱਚ ਫਿਰ ਭਾਰਤ 'ਚ ਨਹੀਂ, ਲੇਕਿਨ ਇਸਲਾਮ ਆਉਂਦਾ ਹੀ, ਫਿਰ ਬੁੱਧਿਜ਼ਮ ਆਉਂਦੀ ਹੈ, ਫਿਰ ਉਹ ਤੋਂ ਬਾਅਦ ਕ੍ਰਿਸਚੀਅਨਿਟੀ ਆਉਂਦੀ ਹੈ। ਤੇ ਉਹਨਾਂ ਦਾ ਵੀ ਪਹਿਲੇ ਰਾਜ ਸਥਾਪਨ ਹੁੰਦਾ ਹੀ, ਪਹਿਲੇ ਧਰਮ ਸਥਾਪਨ ਹੁੰਦਾ ਹੀ। ਫਿਰ ਜਦੋਂ ਉਹਨਾਂ ਦੇ ਧਰਮ ਦੀ ਵਿਰਧੀ ਹੋ ਜਾਂਦੀ ਹੈ, ਤੇ ਫਿਰ ਉਹਨਾਂ ਦਾ ਰਾਜ ਵੀ ਸਥਾਪਨ ਹੁੰਦਾ ਹੀ। ਇਸੇ ਤਰ੍ਹਾਂ ਹੀ ਸਿੱਖ ਧਰਮ ਦਾ ਵੀ ਹੈ। ਅੱਛਾ। ਤੇ ਇਹ ਮਤਲਬ ਹਰ ਇੱਕ ਦੀ ਹਿਸਟਰੀ ਹੈਗੀ ਹੈ। ਜਦੋਂ ਰਿਲੀਜੀਓ ਪੋਲੀਟੀਕਲ ਕਿਹਾ ਜਾਂਦਾ ਹੈ ਨਾ, ਤਾਂ ਪੋਲੀਟੀਕਲ ਵਰਲਡ ਹਿਸਟਰੀ ਐਂਡ ਜਿਓਗ੍ਰਾਫੀ। ਹਿਸਟਰੀ ਜਿਓਗ੍ਰਾਫੀ, ਹਿਸਟਰੀ ਮਾਨਾ ਰਾਜ ਕੌਣ ਕਰਦੇ ਸੀ, ਜਿਓਗ੍ਰਾਫੀ ਮਾਨਾ ਉਹ ਕਿਸ ਏਰੀਆ 'ਚ ਕਰਦੇ ਸੀ, ਕਿਤਨੇ ਏਰੀਆ 'ਚ ਕਰਦੇ ਸੀ। ਅੱਛਾ। ਤੇ ਸਤਯੁਗੀ ਦੇਵੀ ਦੇਵਤਿਆਂ ਦਾ ਜਦੋਂ ਰਾਜ ਹੈਗਾ ਤਾਂ ਸਾਰੀ ਦੁਨੀਆ 'ਚ ਹੈਗਾ। ਉਸ ਵੇਲੇ ਦੂਸਰਾ ਕੋਈ ਰਾਜਾ ਨਹੀਂ ਹੁੰਦਾ। ਦੁਆਪਰ ਤੋਂ ਲੈ ਕਰਕੇ ਫਿਰ ਥੋੜਾ ਨਈ ਧਰਮ ਆਉਂਦੇ ਨੇ, ਤੇ ਫਿਰ ਨਏ ਰਾਜ ਵੀ ਸ਼ੁਰੂ ਹੋ ਜਾਂਦੇ ਆ। ਤੇ ਇਹ ਮਤਲਬ ਇਸ ਸਭ ਤੋਂ ਪਹਿਲੇ ਸਤਯੁਗ ਜਿਹੜਾ ਦੇਵੀ ਦੇਵਤਾ ਧਰਮ ਸਥਾਪਨ ਹੋਇਆ, ਉਸ 'ਚ ਹੀ ਇਹ ਅਲੱਗ ਧਰਮ ਨਿਕਲਦੇ ਜਾਂ ਅਲੱਗ ਹੀ ਹੁੰਦੇ ਪਹਿਲੇ ਤੇ ਹੀ? ਨਹੀਂ, ਉਸ ਤੋਂ ਉਹਦੇ ਵਿੱਚੋਂ ਤਾਂ ਨਹੀਂ ਨਿਕਲਦੇ, ਉਹ ਤੇ ਫਿਰ ਅਲੱਗ ਹੀ ਹੈ। ਲੇਕਿਨ ਦੂਸਰੀ ਆਤਮਾ ਜਿਹੜੀਆਂ, ਜਿਸ ਤਰ੍ਹਾਂ ਇਸਲਾਮ ਧਰਮ ਦੀ ਆਤਮਾ ਜੋ ਵੀ ਪਰਮਧਾਮ 'ਚ ਹੋਣਗੀਆਂ, ਉਹ ਅਵਤਰਿਤ ਹੋਣਗੀਆਂ।
ਫਿਰ ਬੁੱਧ ਧਰਮ ਦੀਆਂ ਆਤਮਾ ਉਹ ਅਵਤਰਿਤ ਹੋਣਗੀਆਂ, ਫਿਰ ਕ੍ਰਿਸਚਨ ਧਰਮ ਦੀਆਂ ਆਤਮਾ ਉਹ ਅਵਤਰਿਤ ਹੋਣਗੀਆਂ, ਔਰ ਫਿਰ ਸਿੱਖ ਧਰਮ ਦੀਆਂ ਆਤਮਾ। ਦੂਸਰੇ ਵੀ ਛੋਟੇ ਛੋਟੇ ਧਰਮ ਹੈਗੇ, ਉਹਨਾਂ ਦਾ ਮੈਂ ਵਰਣਨ ਨਹੀਂ ਕਰ ਰਿਹਾ। ਜੈਨਸ ਹੈਗੇ ਆ, ਪਾਰਸੀ ਹੈਗੇ ਆ, ਦੂਸਰੇ ਵੀ ਹੈਗੇ ਆ ਜੀ ਜੀ। ਤੇ ਅਗਲਾ ਪ੍ਰਸ਼ਨ ਸਾਡਾ ਇਹ ਹੈ ਕਿ ਸ਼ਿਵ ਬਾਬਾ ਬ੍ਰਹਮਾ ਦੇ ਅੰਤਿਮ ਜਨਮ 'ਚ ਆਕਰ ਮਿਲਦੇ ਜਾਂ ਸਰਵ ਆਤਮਾ ਦੇ ਅੰਤਿਮ ਜਨਮ 'ਚ ਆਕਰ ਮਿਲਦੇ? ਅਗਰ ਮੇਰੇ ਕੋਲੋਂ ਪੁੱਛੋ ਤੇ ਪਹਿਲਾ ਜਨਮ ਜਿਹੜਾ ਹੀ ਉਹ ਸ੍ਰੀ ਕ੍ਰਿਸ਼ਨ ਦਾ, ਜੋ ਵੱਡੇ ਹੋਣ ਹੋ ਕਰਕੇ ਸਵੈਮਵਰ ਤੋਂ ਬਾਅਦ ਸ੍ਰੀ ਨਾਰਾਇਣ ਕਹਾਉਂਦੇ ਆ, ਤੇ ਉਹਨਾਂ ਦਾ 84ਵਾਂ ਜਨਮ ਜਦੋਂ ਹੁੰਦਾ ਹੀ, ਉਸ ਆਤਮਾ ਦਾ 84ਵਾਂ ਜਨਮ, ਉਸ ਵੇਲੇ ਉਹਨਾਂ ਦਾ ਨਾਂ ਹੁੰਦਾ ਦਾਦਾ ਲੱਖੀ ਰਾਜ ਜਾਂ ਲੇਖ ਰਾਜ। ਜਦੋਂ ਸ਼ਿਵ ਬਾਬਾ ਆ ਕੇ ਪ੍ਰਵੇਸ਼ ਕਰਦੇ ਆ ਔਰ ਫਿਰ ਉਹਨਾਂ ਦੇ ਜ਼ਰੀਏ ਫਿਰ ਸਤ ਧਰਮ ਦੀ ਸਥਾਪਨਾ, ਅਧਰਮ ਦਾ ਵਿਨਾਸ਼ ਤੇ ਆਪਣੇ ਆਪ ਹੋਏਗਾ, ਲੇਕਿਨ ਸਤ ਧਰਮ ਦੀ ਸਥਾਪਨਾ ਮਾਨਾ ਸਤਯੁਗੀ ਧਰਮ ਦੀ ਫਿਰ ਸਥਾਪਨਾ ਜਦੋਂ ਕਰਨੀ ਹੈ, ਉਸ ਵੇਲੇ ਉਹਨਾਂ ਦਾ ਅਲੌਕਿਕ ਨਾਂ ਪੈ ਜਾਂਦਾ ਹੈ ਪ੍ਰਜਾਪਿਤਾ ਬ੍ਰਹਮਾ। ਤੇ ਬ੍ਰਹਮਾ ਮੁਖ ਦੁਆਰਾ ਸ਼ਿਵ ਬਾਬਾ ਫਿਰ ਈਸ਼ਵਰੀ ਗਿਆਨ ਦਿੰਦੇ ਹੈ ਸਰਵ ਆਤਮਾ ਨੂੰ। ਹਾਂਜੀ, ਦਿੰਦੇ ਸਭ ਦੀ। ਹਾਂਜੀ ਜੀ। ਤੇ ਭਾਈ ਸਾਹਿਬ ਅਗਲਾ ਪ੍ਰਸ਼ਨ ਹੈ ਕਿ ਬਹੁਤ ਹੀ ਇੱਕ ਅਲੱਗ, ਮੈਨੂੰ ਵੀ ਅਲੱਗ ਹੀ ਲੱਗਿਆ ਪ੍ਰਸ਼ਨ ਕਿ ਜੀਵਨ ਕਿਆ ਹੈ? ਕਿਆ ਸਭ ਤਰ੍ਹਾਂ ਦਾ ਵਸਤੂ ਨੂੰ ਪ੍ਰਾਪਤ ਕਰਨਾ ਜਾਂ ਸਫਲਤਾ ਨੂੰ ਪ੍ਰਾਪਤ ਕਰਨਾ ਜੀਵਨ ਕਹਿਲਾਉਂਦਾ? ਥੋੜਾ ਵਿਸਤਾਰ 'ਚ ਹੋ ਸਕੇ ਤਾਂ ਸਾਨੂੰ ਦੱਸਿਓ। ਬੜੀ ਸਿੱਧੀ ਜੀ ਗੱਲ ਲੋਕਾਂ ਨੇ ਸਮਝੀ ਹੋਈ ਹੈ, ਦੱਸੀ ਹੋਈ ਹੈ। ਵੱਡੇ ਵੱਡੇ ਦਾਰਸ਼ਨਿਕ ਜਿਹੜੇ ਹੁੰਦੇ ਉਹਨਾਂ ਨੇ ਕਹੀ ਹੋਈ ਹੈ ਕਿ ਜੀਵਨ ਜੀਣੇ ਕੀ ਕਲਾ, ਉਹਨੂੰ ਜੀਵਨ ਕਿਹਾ ਜਾਂਦਾ ਹੈ, ਜਿਹਦੇ ਵਿੱਚ ਵਿਅਕਤੀ ਸਦਾ ਖੁਸ਼ ਰਹੇ, ਸੁਖੀ ਰਹੇ ਔਰ ਸਭ ਦੇ ਨਾਲ ਪ੍ਰੇਮ ਭਾਵ ਨਾਲ ਵਰਤਾਓ ਚਾਹੇ, ਉਹ ਚੀਜ਼ ਚਾਹੀਦੀ। ਤੇ ਜੀਵਨ ਜੀਣੇ ਵਾਸਤੇ ਹਰ ਚੀਜ਼ ਨੂੰ ਪਾਣਾ ਜ਼ਿਆਦਾ ਜ਼ਰੂਰੀ ਹੈ? ਵਰਸੇ 'ਚ ਮਿਲ ਜੇ ਕਿਸੇ ਨੂੰ ਤੇ ਫਿਰ ਕੋਈ ਜ਼ਰੂਰਤ ਨਹੀਂ ਹੈ। ਕਾਫੀ ਹੱਦ ਤਾਈਂ ਤੇ ਵਰਸੇ 'ਚ ਹੀ ਮਿਲਦੀਆਂ ਰਹੀਆਂ ਸਾਰੀਆਂ ਗੱਲਾਂ। ਜ਼ਮੀਨ ਮਿਲ ਗਈ, ਖੇਤੀ ਮਿਲ ਗਈ, ਉਪਜ ਮਿਲ ਗਈ, ਘਰ ਮਿਲ ਗਿਆ, ਸਭ ਕੁਝ ਮਿਲ ਜਾਂਦਾ ਹੀ, ਲੇਕਿਨ ਐਜੂਕੇਸ਼ਨ ਨਹੀਂ ਮਿਲਦੀ ਹੈ। ਤੇ ਐਜੂਕੇਸ਼ਨ ਲੈਣ ਵਾਸਤੇ ਫਿਰ ਸਕੂਲ, ਕਾਲਜ, ਯੂਨੀਵਰਸਿਟੀ 'ਚ ਜਾਣਾ ਪੈਂਦਾ ਹੈ, ਕਿਉਂਕਿ ਹੁਣ ਸਿਰਫ ਵਰਸਾ ਮਿਲਣ ਦੇ ਨਾਲ ਵਿਅਕਤੀ ਖੁਸ਼ ਨਹੀਂ ਰਹਿੰਦਾ, ਉਹ ਆਪਣੀ ਕਮਾਈ ਵੀ ਕਰਨਾ ਚਾਹੁੰਦਾ ਹੈ, ਔਰ ਕਮਾਈ ਕਰਨੀ ਹੈ ਤੇ ਉਹਦੇ ਵਾਸਤੇ ਯੋਗਤਾ ਚਾਹੀਦੀ, ਯੋਗਤਾ ਉਹਦੇ ਵਾਸਤੇ ਐਜੂਕੇਸ਼ਨ ਚਾਹੀਦੀ ਹੈ। ਇਸ ਕਰਕੇ ਪਹਿਲੇ ਪੜ੍ਹਾਈ ਪੜ੍ਹਨੀ ਪਏਗੀ। ਲੇਕਿਨ ਸੰਗਮ ਯੁੱਗ 'ਚ ਬੋਲਦੇ ਕਿ ਜੀਵਨ ਜੀਣੇ ਦੀ ਕਲਾ ਮਤਲਬ ਇੱਕ ਬ੍ਰਾਹਮਣ ਸਰੂਪ ਜਾਂ ਪੁਰਸ਼ਾਰਥ ਜਾਂ ਗਿਆਨ ਜਾਂ ਯੋਗ, ਔਰ ਅਲੱਗ ਤਰ੍ਹਾਂ ਤੇ ਦੇਖਿਆ ਜਾਏ ਤਾਂ ਉਹ ਬਾਹਰਲੀ ਦੁਨੀਆ 'ਚ ਜਿੱਦੇ ਅਗਿਆਨੀ, ਉਹਦੇ ਵਿੱਚ ਵੀ ਦੇਖੋ, ਕਿਸੇ ਵੀ ਦੁਨੀਆ 'ਚ ਜਾਓ ਤੁਸੀਂ, ਉਹਦੇ ਵਿੱਚ ਸ੍ਰੇਸ਼ਟ ਸੰਸਕਾਰ ਹੋਣਗੇ ਤੇ ਸ੍ਰੇਸ਼ਟ ਸੰਸਾਰ ਬਣੇਗਾ। ਸੰਸਕਾਰ ਹੀ ਅਗਰ ਠੀਕ ਨਹੀਂ ਹੋਣਗੇ ਤੇ ਸੰਸਾਰ ਕਿਸ ਤਰ੍ਹਾਂ ਅੱਛਾ ਬਣੇਗਾ? ਤੇ ਜੀਵਨ ਜੀਣ ਦੀ ਕਲਾ ਜਿਹੜੀ ਹੈ ਸ੍ਰੇਸ਼ਟ ਸੰਸਕਾਰਾਂ ਦੇ ਉੱਪਰ ਆਧਾਰਿਤ ਹੈ, ਔਰ ਸ੍ਰੇਸ਼ਟ ਸੰਸਕਾਰਾਂ ਵਾਸਤੇ ਗਿਆਨ ਔਰ ਯੋਗ ਦੀ ਜ਼ਰੂਰਤ ਹੈ। ਜੀ ਭਾਜੀ, ਬਾਬਾ ਬੋਲਦੇ ਕਿ ਪੁਰਸ਼ਾਰਥ ਕਰਨਾ, ਇੱਕ ਸੰਗਠਿਤ ਪੁਰਸ਼ਾਰਥ ਔਰ ਇੱਕ ਵਿਅਕਤੀਗਤ ਪੁਰਸ਼ਾਰਥ,
क्या ये दोनों अलग अलग प्राप्ति है या एक ही चीज़ है? पुरुषार्थ करना इंडिविजुअल है, व्यक्तिगत है। हम्म, और अगर कुछ लोग मिल करके पुरुषार्थ करते ने तो ਉਹਨੂੰ ਕਿਹਾ ਜਾਂਦਾ ਹੈ ਸੰਗਠਿਤ। ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਅਸੀਂ ਸੈਂਟਰਸ ਦੇ ਉੱਪਰ ਆਪਣੇ ਬ੍ਰਹਮਾ ਕੁਮਾਰੀ ਸੈਂਟਰਸ ਤੇ ਪ੍ਰੋਗਰਾਮ ਰੱਖਦੇ ਆ, ਕੋਈ ਕਲਾਸ ਰੱਖਦੇ ਆ, ਗਿਆਨ ਦੀ ਕਲਾਸ ਰੱਖਦੇ ਆ ਜਾਂ ਯੋਗ ਦੀ ਕਲਾਸ ਰੱਖਦੇ ਆ, ਵਿਸ਼ੇਸ਼ ਤਪੱਸਿਆ ਵਾਸਤੇ ਜਿਹਨੂੰ ਯੋਗ ਭੱਠੀ ਕਹਿੰਦੇ ਆ ਉਹਦਾ ਇੱਕ ਸੰਗਠਨ ਰੱਖਦੇ ਆ ਤੇ ਉਹਦੇ ਵਿੱਚ ਵੀ ਭਾਵੇਂ ਇਕੱਠੇ ਬੈਠ ਕਰਕੇ ਕਰ ਰਹੇ ਆ, ਜੇ ਤੇ ਸਭ ਅੱਛੇ ਆਪਣੇ ਪੁਰਸ਼ਾਰਥ 'ਚ ਸਫਲ ਹੈਗੇ ਆ ਤੇ ਫਿਰ ਵਾਈਬ੍ਰੇਸ਼ਨ ਜਿਹੜਾ ਬਣਦਾ ਉਹ ਤੋਂ ਉਹ ਬੜਾ ਇੱਕ ਦੋ ਨੂੰ ਮਦਦ ਕਰਦਾ ਹੈ। ਅੱਛਾ। ਬਾਈ ਚਾਂਸ ਉਹਦੇ ਵਿੱਚ ਕੋਈ ਜਿਨ ਅਜੇ ਗਿਆਨ ਲਿਆ ਨਹੀਂ ਹੈ ਔਰ ਉਹ ਐਸੇ ਸੰਗਠਨ 'ਚ ਆ ਕੇ ਬੈਠ ਜਾਏ, ਇੱਧਰ ਦੇਖੇਗਾ, ਉੱਧਰ ਦੇਖੇਗਾ, ਇੱਧਰ ਦੇਖੇਗਾ, ਇੱਧਰ ਦੇਖੇਗਾ, ਤਾਂ ਉਹ ਸਾਰੇ ਵਾਯੂਮੰਡਲ ਨੂੰ ਚੇਂਜ ਕਰਦਾ ਹੀ। ਮਤਲਬ ਉਹ ਜਿਹੜਾ ਯੋਗ ਯੁਕਤ ਵਾਤਾਵਰਨ ਹੈ ਉਹ ਬਦਲ ਜਾਏਗਾ। ਫਿਰ ਲੋਕਾਂ ਦਾ ਵੀ ਧਿਆਨ ਉਹਦੇ ਤਰਫ ਜਾਏਗਾ ਵੀ ਇਹਨੂੰ ਕੀ ਚਾਹੀਦਾ ਹੀ, ਕਿਉਂ ਦੇਖ ਰਿਹਾ ਇੱਧਰ, ਕਿਉਂ ਦੇਖ ਰਿਹਾ ਇੱਧਰ, ਤੇ ਡਿਸਟਰਬੈਂਸ ਹੋ ਗਈ ਨਾ ਜੀ। ਤੇ ਇਸ ਕਰਕੇ ਜਦੋਂ ਸੰਗਠਨ ਹੁੰਦਾ ਹੀ ਤਾਂ ਉਹਦੇ ਵਿੱਚ ਸਭ ਨੂੰ ਇੱਕ ਲਕਸ਼ ਚਾਹੀਦਾ ਹੀ ਕਿ ਅਸੀਂ ਇਕੱਠੇ ਬੈਠ ਕਰਕੇ ਜੋ ਕਰਨਾ ਹੀ ਤੇ ਕੀ ਕਰਨਾ ਹੀ, ਤੇ ਵਾਈਬ੍ਰੇਸ਼ਨ ਇਹੋ ਜਿਹੇ ਕ੍ਰੀਏਟ ਕਰਨੇ ਆ ਜਿਹੜੇ ਇੱਕ ਦੋ ਨੂੰ ਮਦਦ ਕਰਨ। ਉਸ ਵੇਲੇ ਆਪਣੇ ਮਨ ਦੇ ਸੰਕਲਪ ਜਿਹੜੇ ਆ ਉਹ ਬਹੁਤ ਪੋਜ਼ਿਟਿਵ ਰੱਖਣੇ ਆ, ਨੈਗੇਟਿਵ ਨਹੀਂ ਆਉਣੇ ਚਾਹੀਦੇ, ਕੋਈ ਖਰਾਬ ਸੰਕਲਪ ਨਹੀਂ ਆਉਣੇ ਚਾਹੀਦੇ। ਤਾਂ ਉਹਦਾ ਇੱਕ ਹੀ ਤਰੀਕਾ ਹੈ ਕਿ ਫਿਰ ਉਹ ਜੋ ਭੈਣ ਜੀ ਕੋਈ ਟੀਚਰ ਜਾਂ ਭਾਈ ਕੋਈ ਟੀਚਰ ਬੈਠ ਕਰਕੇ ਮੈਡੀਟੇਸ਼ਨ ਦੇ ਵਾਸਤੇ ਲੀਡ ਕਰਦਾ, ਜਿਹਨੂੰ ਕਹਿੰਦੇ ਆ ਯੋਗ ਕਰਾਉਣਾ, ਉਸ ਵੇਲੇ ਉਹ ਥੋੜ੍ਹਾ ਥੋੜ੍ਹਾ ਕਮੈਂਟਰੀ ਦਿੰਦੇ ਆ ਤੇ ਕਮੈਂਟਰੀ ਦੇ ਅਨੁਸਾਰ ਹਰ ਇੱਕ ਸੋਚਦਾ ਹੀ, ਉਹਦਾ ਧਿਆਨ ਉਹਦੇ 'ਚ ਜਾਂਦਾ ਹੀ ਤੇ ਉਹ ਸਾਰਾ ਵਾਯੂਮੰਡਲ ਚੇਂਜ ਹੋ ਜਾਂਦਾ ਹੀ, ਇੱਕ ਟਿਕ ਹੋ ਜਾਂਦੇ ਸਾਰੇ। ਉਸ ਕਰਕੇ ਤੁਸੀਂ ਦੇਖਣਗੇ ਕਿ ਜਦੋਂ ਇਹੋ ਜਿਹੇ ਮੌਕੇ 'ਤੇ ਕੋਈ ਬਾਹਰੋਂ ਵੀ ਕੋਈ ਆਏਗਾ ਨਾ ਤਾਂ ਉਹਨਾਂ ਨੂੰ ਵੀ ਆਏਗਾ ਇੱਥੇ ਤਾਂ ਬਹੁਤ ਸ਼ਾਂਤੀ ਹੈ ਤੇ ਬਿਲਕੁਲ ਆਵਾਜ਼ ਨਹੀਂ ਕਰੇਗਾ। ਜੀ ਜੀ ਭਾਜੀ। ਭਾਜੀ ਜਿੱਦਾਂ ਤੁਸੀਂ ਬੋਲਿਆ ਕਿ ਯੋਗ ਕਰਦੇ ਜਾਂ ਸੰਗਠਿਤ ਹੈ ਜਾਂ ਵਿਅਕਤੀਗਤ ਜੋ ਵੀ ਹੈ, ਉਸ ਸਮੇਂ ਜਿੱਦਾਂ ਅਸੀਂ ਯੋਗ ਕਰਿਆ ਕਰਦੇ, ਯੋਗ ਕਰਦੇ ਕਰਦੇ ਸਾਡੀ ਅੱਖਾਂ ਬੰਦ ਹੋ ਜਾਂਦੀਆਂ, ਸੰਕਲਪ ਆਉਂਦੇ ਜਾਂ ਫਿਰ ਅਸੀਂ ਨਿੰਦਰਾ ਅਵਸਥਾ 'ਚ ਚਲੇ ਜਾਂਦੇ। ਫਿਰ ਬਾਅਦ 'ਚ ਜਿੱਦਾਂ 1 ਘੰਟਾ 2 ਘੰਟਾ ਜਾਂ ਅੱਧਾ ਘੰਟੇ ਬਾਅਦ ਅਸੀਂ ਯੋਗ 'ਤੇ ਉੱਠਦੇ, ਉਸ ਸਮੇਂ ਇਹ ਸੰਕਲਪ ਨਹੀਂ ਅੱਜ ਮੈਨੂੰ ਯੋਗ 'ਚ ਇਹ ਹੋਇਆ, ਅਤੇ ਉਹ ਸਥਿਤੀ ਨੂੰ ਕਿਆ ਬੋਲ ਸਕਦੇ? ਜਿਸ ਤਰ੍ਹਾਂ ਇਹਦਾ ਹਾਲ ਹੈ, ਦੇਖੋ ਇਸ ਤਰ੍ਹਾਂ ਹਿੱਲ ਰਿਹਾ ਥੋੜ੍ਹਾ ਜੀ, ਉਹ ਸਥਿਤੀ ਹੈਗੀ ਹੈ ਨਾ, ਉਹ ਯੋਗ ਦੀ ਸਥਿਤੀ ਹੈ ਔਰ ਨਾ ਨੀਂਦ ਦੀ ਸਥਿਤੀ ਹੈ, ਦੋਨਾਂ 'ਚ ਹਿਚਕੋਲੇ ਖਾ ਰਹੇ ਹੈ। ਤੇ ਇਸ ਕਰਕੇ ਜਦੋਂ ਯੋਗ ਅਭਿਆਸ ਕਰਦੇ ਹੈ ਔਰ ਖਾਸ ਕਰ ਸਭ ਮਿਲ ਕਰਕੇ, ਤੇ ਉਹ ਬੜਾ ਐਲਰਟ ਹੋ ਕੇ ਬੈਠਣਾ ਪੈਂਦਾ, ਆਪਣੇ ਉੱਪਰ ਜ਼ਿੰਮੇਵਾਰੀ ਲੈਣੀ ਪੈਂਦੀ ਹੈ ਕਿ ਮੈਂ ਇਤਨਾ ਅੱਛੀ ਤਰ੍ਹਾਂ ਸ਼ਿਵ ਬਾਬਾ ਦੇ ਨਾਲ ਮਨ ਲਗਾ ਕੇ ਬੈਠਾ ਯੋਗ ਯੁਕਤ ਹੋ ਕਰਕੇ, ਔਰ ਮੇਰੀ ਯੋਗ ਦੇ ਜਿਹੜੇ ਪ੍ਰਕੰਪਨ ਹੈਗੇ ਆ, ਮੇਰੇ ਵਾਈਬ੍ਰੇਸ਼ਨ ਜਿਹੜੇ ਹੈਗੇ ਆ,
वो बड़े शक्तिशाली होने चाहिए ताकि जो मेरे आस-पास कोई बैठे ने ਉਹਨਾਂ ਨੂੰ ਵੀ ਉਹਦੀ ਮਦਦ ਮਿਲੇ। ਤੇ ਜਦੋਂ ਇਹੋ ਜਿਹੇ ਸੰਕਲਪ ਨਾਲ ਤੁਸੀਂ ਮੈਡੀਟੇਸ਼ਨ ਕਰਨਗੇ ਹੋ ਤੇ ਤੁਹਾਡੀ ਅੱਖਾਂ ਬੰਦ ਨਹੀਂ ਹੋਣਗੀਆਂ, ਤੁਹਾਨੂੰ ਨੀਂਦ ਨਹੀਂ ਆਏਗੀ, ਸੁਸਤੀ ਨਹੀਂ ਆਏਗੀ। ਇਸ ਕਰਕੇ ਉਸ ਮੈਡੀਟੇਸ਼ਨ ਨੂੰ ਰਚਨਾਤਮਕ ਮੈਡੀਟੇਸ਼ਨ ਕਿਹਾ ਜਾਂਦਾ ਹੈ, ਕ੍ਰੀਏਟਿਵ ਮੈਡੀਟੇਸ਼ਨ, ਜਿਹਦੇ 'ਚ ਕੋਈ ਨਈ ਤੁਹਾਨੂੰ ਸੋਚ ਚੱਲਦੀ ਹੈ कि मैं आज योग करके कुछ नया अनुभव करना ही हूँ, आज शक्ति का अनुभव करना ही, आज शांति का अनुभव करना ही, आज मैं दूसरों के वास्ते अपने परकंपन अपने वाइब्रेशन भेजने हैं, ਉਹਦੇ वास्ते मैं ज्ञान सूर्य होकर के बैठना ही। तो इस तरह अलग अलग टाइम ते अलग अलग ਜਦੋਂ ਤੁਸੀਂ लक्ष्य लै करके बैठणगे हो तो फिर नींद नहीं आएगी, सुस्ती नहीं आएगी, क्योंकि तुहाडा मन जिहड़ा ही वो कुछ रचनात्मक सोच रहा ही और ਉਹਦੇ ਵਿੱਚ खुशी ਹੁੰਦੀ है, कुछ नई चीज़ सोचते हैं तो मन खुश ਹੁੰਦਾ है। ਜਦੋਂ मन खुश ਹੁੰਦਾ फिर नींद नहीं आती और नहीं तो फिर सुस्ती आती है। तो क्या तुसी थोड़ी देर राजयोग के द्वारा सानू योग करवा सकते? बड़ी खुशी ना, क्यों नहीं करवाना। तो हम सीधे बैठ करके अपने मन च बड़े प्यार नाल बड़ी खुशी चाह करके इस संकल्प दिओ अपने आप नूं कि असी ज्योति स्वरूप आत्मा है, अनादि अविनाशी स्टार लाइक। जिस तरह रात नूं चमकदार तारा हुंदा ही ते उस तरह मैं आत्मा ईश्वरी शक्ति और ईश्वरी ज्ञान दी लाइट और माइट स्वरूप है। और जदों असी योग दा शब्द यूज़ करते हैं तो योग माना जोड़, किस दे नाल जोड़? परम पिता परमात्मा ज्योति स्वरूप शिव बाबा दे नाल मन लगाउणा। शिव परमात्मा शांति दे सागर, प्रेम दे सागर, सुख दे सागर, आनंद दे सागर, सर्वशक्तिवान, पतित पावन, दुख हरता, सुख करता, और वो भी सागर समान, हर एक गुण च सागर समान शिव परमात्मा मेरा अनादि अविनाशी रूहानी पिता है। मैं आत्मा भी अनादि अविनाशी, मेरे परम पिता भी अनादि अविनाशी। ये और उन्होंने असी बड़े प्यार ना कहने हैं परम प्रिय परम पिता परमात्मा शिव। परम प्रिय शब्द जिहड़ा ही ये होर किसे लिए यूज़ नहीं हुंदा, एक पिता परमात्मा तो सिवा। इस करके जो सब तो प्रिय है उन्होंने कहते परम प्रिय। और सब तो प्रिय क्यों है? क्योंकि सानू वो अपने समान बनाउंदे ने। बच्चे जिहड़े है आत्मा बच्चे है, अनादि बच्चे है, लेकिन जदों
ਇਸ ਦੁਨੀਆ ਦੇ ਚੱਕਰ 'ਚ ਆਉਂਦੇ ਨੇ ਤੇ ਆਪਣੀ ਉਹ ਸ਼ਕਤੀ ਖੋ ਬੈਠਦੇ ਨੇ। ਆਪਣੇ ਅੰਦਰ ਜਿਹੜਾ ਗਿਆਨ ਦੀ ਪ੍ਰਕਾਸ਼ਠਾ ਹੁੰਦੀ ਹੈ ਉਹ ਨਹੀਂ ਰਹਿੰਦੀ ਹੈ। ਤੇ ਹੁਣ ਫਿਰ ਪਰਮਾਤਮਾ ਸਾਨੂੰ ਆਪਣਾ ਵੀ ਪਰਿਚੈ ਦਿੰਦੇ ਨੇ, ਆਤਮਾ ਦਾ ਵੀ ਪਰਿਚੈ ਦਿੰਦੇ ਨੇ, ਔਰ ਕਿਸ ਤਰ੍ਹਾਂ ਅਸੀਂ ਯੋਗ ਯੁਕਤ ਹੋ ਕਰਕੇ ਫਿਰ ਆਪਣੇ ਆਪ ਨੂੰ ਸੁਜਾਗ ਕਰੀਏ, ਸ੍ਰੇਸ਼ਟ ਬਣਾਈਏ, ਸਸ਼ਕਤ ਬਣਾਈਏ, ਰਿਜੂਵੀਨੇਟ ਕਰੀਏ। ਉਹਦੇ ਵਾਸਤੇ ਸਭ ਤੋਂ ਸ੍ਰੇਸ਼ਟ ਤਰੀਕਾ ਸਹਿਜ ਰਾਜ ਯੋਗ। ਸਹਿਜ ਰਾਜ ਯੋਗ ਦਾ ਮਤਲਬ ਹੈ, ਇੱਕ ਤੇ ਸਹਿਜ ਹੈ ਬਿਲਕੁਲ, ਔਰ ਦੂਸਰਾ ਹੈ ਨੈਚੁਰਲ ਹੈ। ਕਿਉਂਕਿ ਜੋ ਪਰਮ ਪਿਤਾ ਪਰਮਾਤਮਾ ਸਾਨੂੰ ਮੁਕਤੀ ਔਰ ਜੀਵਨ ਮੁਕਤੀ ਦੇ ਦਾਤਾ ਹੈਗੇ ਨੇ, ਜੋ ਸਾਨੂੰ ਇਤਨਾ ਉੱਚ ਬਣਾਉਂਦੇ ਨੇ, ਆਤਮਾ ਨੂੰ ਪਾਵਨ ਵੀ ਬਣਾ ਦਿੰਦੇ ਆ, ਔਰ ਫਿਰ ਵਰਸਾ ਵੀ ਇਤਨਾ ਉੱਚਾ ਦਿੰਦੇ ਆ, ਮੁਕਤੀ ਜੀਵਨ ਮੁਕਤੀ ਦਾ ਕਹੋ ਜਾਂ ਤੇ ਮਨੁੱਖ ਤੋਂ ਦੇਵਤਾ ਬਣਨ ਦਾ ਵਰਸਾ। ਤੇ ਉਹਨਾਂ ਦੇ ਨਾਲ ਮਨ ਲਗਾਉਣਾ ਬੜਾ ਹੀ ਇੱਕ ਪੁੰਨ ਦਾ ਕੰਮ ਹੈਗਾ, ਸ੍ਰੇਸ਼ਟਤਾ ਦਾ ਕੰਮ ਹੈਗਾ। ਔਰ ਇਹਦੇ ਨਾਲ ਨਾਲ ਇਹ ਵੀ ਕਹਾਂਗੇ ਕਿ ਆਪਣਾ ਕਲਿਆਣ ਵੀ ਇਹਦੇ ਵਿੱਚ ਹੈਗਾ, ਵਿਸ਼ਵ ਦਾ ਕਲਿਆਣ ਵੀ ਇਹਦੇ ਵਿੱਚ ਹੈਗਾ। ਤੇ ਹੁਣ ਇਸ ਸੰਕਲਪ 'ਚ ਬੈਠ ਜਾਓ ਕਿ ਅਸੀਂ ਜੋਤੀ ਸਰੂਪ ਆਤਮਾ ਜਾਗੰਤੀ ਜੋਤ ਹੋ ਕਰਕੇ ਸ਼ਿਵ ਬਾਬਾ ਜੋ ਸਦਾ ਹੀ ਜਾਗੰਤੀ ਜੋਤ ਹੈ, ਉਹਨਾਂ ਦੇ ਬਿਲਕੁਲ ਨੇੜੇ ਆਪਣੇ ਆਪ ਨੂੰ ਸਥਿਤ ਕਰ ਦਿਓ। ਔਰ ਉਹਨਾਂ ਦੀ ਜਿਹੜੀ ਰੋਸ਼ਨੀ ਹੈ, ਉਹਨਾਂ ਦੀ ਜਿਹੜੇ ਸ਼ਕਤੀ ਹੈ, ਉਹ ਆਪਣੇ ਆਪ 'ਤੇ ਮਹਿਸੂਸ ਕਰੀਏ। ਔਰ ਅਸੀਂ ਆਪਣੇ ਦਿਲ ਹੀ ਦਿਲ 'ਚ ਇਸ ਖੁਸ਼ੀ ਚਾਹੀਏ ਕਿ ਸਾਨੂੰ ਇਸ ਜੀਵਨ 'ਚ ਸਭ ਤੋਂ ਵੱਡਾ ਸਾਡਾ ਸੁਭਾਗਯ ਮਿਲ ਗਿਆ। ਸਵਯੰ ਪਰਮ ਪਿਤਾ ਪਰਮਾਤਮਾ ਸ਼ਿਵ ਬਾਬਾ ਸਾਨੂੰ ਸਨਮੁਖ ਮਿਲ ਜਾਂਦੇ ਨੇ, ਸਵਯੰ ਸਾਨੂੰ ਇਤਨਾ ਯੋਗ ਬਣਾਉਂਦੇ ਨੇ, ਇਤਨਾ ਲਾਇਕ ਬਣਾਉਂਦੇ ਨੇ ਕਿ ਅਸੀਂ ਮਨੁੱਖ ਤੋਂ ਦੇਵਤਾ ਬਣਨ ਦੇ ਸੰਸਕਾਰ ਫਿਰ ਆਪਣੇ ਜੀਵਨ 'ਚ ਲਿਆ ਸਕੇ। ਤੇ ਹੁਣ ਇਸ ਸਿਮਰਤੀ 'ਚ ਬੈਠ ਜਾਓ ਕਿ ਅਸੀਂ ਸ਼ਿਵ ਪਰਮਾਤਮਾ ਦੀ ਸੰਤਾਨ, ਪਵਿੱਤਰ ਆਤਮਾ, ਪਾਵਨ ਆਤਮਾ, ਸ਼ਾਂਤੀ ਸਰੂਪ ਆਤਮਾ ਔਰ ਸ਼ਕਤੀ ਸਰੂਪ ਆਤਮਾ ਹੈਗੇ। ओम शांति।